पावन धरती दे वल तेरे वधदे कदम, पावन धरती दे वल तेरे वधदे कदम, तेरे जीवन दे बंदेरा खोलणगे रब दी बरकत दे नाल, उजड़े खिल जाणगे सुत्ते पाग तेरे जाग तैनू डोलणगे पावन धरती दे वल। मंगी दुआ पूरी हो जावेगी, वगदी हनेरी भी खलो जावेगी। मंगी दुआ पूरी हो जावेगी, वगदी हनेरी भी खलो जावेगी। फिर ना होवेगा डर ना ही कोई फिकर, खंभ आत्मा दे तेरे उत्ते डोलने रब दी बरकत दे नाल, उजड़े खिल जाणगे सुत्ते पाग तेरे जाग तैनू डोलने पावन धरती दे वल तेरे वधदे कदम, तेरे जीवन दे बंदेरा खोलणे पावन धरती दे वल। ਹੁਣ ਤੱਕ ਅਸੀਂ ਜਾਣਿਆ ਇਸ ਗਿਰਜਾਘਰ ਦੇ ਇਤਿਹਾਸ ਬਾਰੇ ਰੈਵਰੈਂਡ ਫਾਦਰ ਜੋ ਸੇਬਾਸਟੀਅਨ ਜੀ ਦੇ ਕੋਲੋਂ ਅਤੇ ਦੇਖਿਆ ਇਸ ਦੀ ਬਾਹਰੀ ਬਣਤਰ ਨੂੰ। ਹੁਣ ਅੰਦਰ ਚੱਲ ਕੇ ਦੇਖਦੇ ਹਾਂ ਇਸ ਦੇ ਇੰਟੀਰੀਅਰ ਨੂੰ ਕਿ ਹੋਰ ਕੀ ਖਾਸੀਅਤ ਹੈ ਇਸ ਗਿਰਜਾਘਰ ਦੀ। ਜਦੋਂ ਅਸੀਂ ਇਸ ਗਿਰਜਾਘਰ ਦੇ ਅੰਦਰ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਸ ਦੇ ਪ੍ਰਵੇਸ਼ ਦੁਆਰ ਤੇ ਕੁਝ ਖਾਸ ਗੱਲਾਂ ਲਿਖੀਆਂ ਹੋਈਆਂ ਹਨ, ਜਿਵੇਂ ਕਿ ਸਭ ਤੋਂ ਉੱਪਰ ਲਿਖਿਆ ਹੋਇਆ ਹੈ ਮੁਬਾਰਕ ਮਾਂ ਮਰੀਮ ਸ਼ਾਂਤੀ ਦੀ ਰਾਣੀ ਸਾਡੇ ਲਈ ਦੁਆ ਕਰ। ਮਾਂ ਮਰੀਮ ਇਸ ਗਿਰਜਾਘਰ ਦੀ ਸਰਪ੍ਰਸਤ ਸੰਤ ਹਨ, ਇਸ ਲਈ ਇਸ ਦੇ ਪ੍ਰਵੇਸ਼ ਦੁਆਰ ਤੇ ਇਹ ਲਿਖਿਆ ਹੋਇਆ ਹੈ, ਜੋ ਇਹ ਦਰਸਾਉਂਦਾ ਹੈ ਕਿ ਜੇਕਰ ਅਸੀਂ ਇਸ ਗਿਰਜਾਘਰ ਵਿੱਚ ਆ ਕੇ ਮਾਂ ਮਰੀਮ ਦੀ ਸਿਫਾਰਿਸ਼ ਰਾਹੀਂ ਪ੍ਰਾਰਥਨਾ ਕਰਦੇ ਹਾਂ ਤਾਂ ਸਾਡੀ ਪ੍ਰਾਰਥਨਾ ਸੱਚਮੁੱਚ ਸੁਣੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਲਿਖਿਆ ਹੋਇਆ ਹੈ ਕਿ ਮੇਰਾ ਘਰ ਸੰਸਾਰ ਭਰ ਦੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਅਖਵਾਵੇਗਾ, ਅਤੇ ਇਹ ਗੱਲ ਬਿਲਕੁਲ ਸੱਚ ਹੈ ਅਤੇ ਸਹੀ ਵੀ ਹੈ, ਕਿਉਂਕਿ ਕੋਈ ਵੀ ਮਜ਼ਹਬ ਜਾਂ ਧਰਮ ਦਾ ਇਨਸਾਨ ਗਿਰਜਾਘਰ ਦੇ ਵਿੱਚ ਆ ਕੇ ਪ੍ਰਾਰਥਨਾ ਕਰ ਸਕਦਾ ਹੈ। ਇਸ ਦੇ ਨਾਲ ਹੀ ਪਵਿੱਤਰ ਯੂਕਰਿਸਟ ਬਾਰੇ ਇਹ ਲਿਖਿਆ ਗਿਆ ਹੈ, The Holy Eucharist, source and summit of Christian life, ਭਾਵ ਪਵਿੱਤਰ ਯੂਕਰਿਸਟ ਯਾਨੀ ਕਿ ਪ੍ਰਭੂ ਯਿਸੂ ਦਾ ਪਵਿੱਤਰ ਬਦਨ ਅਤੇ ਲਹੂ ਮਸੀਹੀ ਜ਼ਿੰਦਗੀ ਦਾ ਸੋਮਾ ਅਤੇ ਸਿਖਰ ਹੈ। ਅਸੀਂ ਸ਼ੁਰੂ ਕਰਾਂਗੇ ਗਿਰਜਾਘਰ ਦੀ ਸਭ ਤੋਂ ਮਹੱਤਵਪੂਰਨ ਚੀਜ਼ ਦੇ ਨਾਲ, ਯਾਨੀ ਕਿ ਵੇਦੀ ਸਥਾਨ, ਜਿਸ ਨੂੰ ਸੈਂਚੁਰੀ ਵੀ ਕਿਹਾ ਜਾਂਦਾ ਹੈ। ਜਲੰਧਰ ਡਾਇਓਸੀਸ ਦਾ ਕੈਥੀਡਰਲ ਗਿਰਜਾਘਰ ਹੋਣ ਕਰਕੇ ਇਸ ਦੀ ਸੈਂਚੁਰੀ ਵੀ ਕਾਫੀ ਆਕਰਸ਼ਿਤ ਅਤੇ ਪ੍ਰਭਾਵਸ਼ਾਲੀ ਬਣਾਈ ਗਈ ਹੈ। ਪਾਕ ਸੰਦੂਕ ਗਿਰਜਾਘਰ ਦੀ ਉਹ ਜਗ੍ਹਾ ਹੈ ਜਿਸ ਵਿੱਚ ਪਵਿੱਤਰ ਯੂਕਰਿਸਟ ਹੁੰਦਾ ਹੈ। ਇਹ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਟੈਬਰਨੈਕੁਲਸ ਤੋਂ ਲਿਆ ਗਿਆ ਹੈ। ਇਸ ਦਾ ਅਰਥ ਹੈ ਮਨੁੱਖਾਂ ਦੁਆਰਾ ਰੱਬ ਦਾ ਘਰ।
ਕੈਥੋਲਿਕ ਕਲੀਸਿਆ ਵਿੱਚ ਇਹ ਉਸ ਮਹੱਤਵ ਨੂੰ ਦਰਸਾਉਂਦਾ ਹੈ ਜੋ ਸਦੀਆਂ ਤੋਂ ਪਵਿੱਤਰ ਸਥਾਨ ਨੂੰ ਦਿੱਤੀ ਗਈ ਹੈ। ਹਰ ਗਿਰਜਾਘਰ ਦੇ ਵਿੱਚ ਪਾਕ ਸੰਦੂਕ ਦੀ ਬਣਾਵਟ ਵੱਖ-ਵੱਖ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਗਿਰਜਾਘਰ ਦੀ ਪਾਕ ਸੰਦੂਕ ਦੇ ਆਲੇ-ਦੁਆਲੇ ਦੂਤਾਂ ਦੇ ਸਟੈਚੂਜ਼ ਵੀ ਬਣਾਏ ਗਏ ਹਨ, ਜੋ ਸਾਨੂੰ ਸਿਖਾਉਂਦੇ ਹਨ ਕਿ ਪ੍ਰਭੂ ਦੀ ਹਜ਼ੂਰੀ ਸਦਾ ਇਸ ਪਾਕ ਸੰਦੂਕ ਦੇ ਵਿੱਚ ਹੁੰਦੀ ਹੈ ਅਤੇ ਇਹ ਸਵਰਗਦੂਤ ਸਦਾ ਮਿਲ ਕੇ ਪ੍ਰਭੂ ਦੀ ਆਰਾਧਨਾ ਕਰਦੇ ਰਹਿੰਦੇ ਹਨ। ਇਸ ਦੇ ਬਿਲਕੁਲ ਉੱਪਰ ਪ੍ਰਭੂ ਦੀ ਪਵਿੱਤਰ ਸਲੀਬ ਵੀ ਬਣਾਈ ਗਈ ਹੈ, ਜਿਸ ਨੂੰ ਦੇਖ ਕੇ ਅਸੀਂ ਪ੍ਰਭੂ ਯੀਸੂ ਦੀ ਪਵਿੱਤਰ ਕੁਰਬਾਨੀ ਨੂੰ ਯਾਦ ਕਰਦੇ ਹਾਂ। ਇਹ ਚਮਕੀਲੀ ਸਲੀਬ ਪਾਕਮਾਜ਼ ਦੀ ਕੁਰਬਾਨੀ ਦੀ ਸ਼ੋਭਾ ਯਾਤਰਾ ਅਤੇ ਹਰ ਵੱਡੇ ਤਿਉਹਾਰ ਦੇ ਮੌਕੇ ਤੇ ਸ਼ੋਭਾ ਯਾਤਰਾ ਦੀ ਅਗਵਾਈ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਦੇ ਅੰਦਰ ਇੱਕ ਖਾਸ ਚੀਜ਼ ਇਹ ਹੈ ਕਿ ਇਸ ਦੇ ਵਿੱਚ ਆਦਮ ਅਤੇ ਹਵਾ ਤੋਂ ਲੈ ਕੇ ਪ੍ਰਭੂ ਦੇ ਮੌਤ ਅਤੇ ਜੀ ਉੱਠਣ ਤੱਕ ਨੂੰ ਗਲਾਸ ਪੇਂਟਿੰਗਸ ਦੇ ਜ਼ਰੀਏ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ ਅਤੇ ਡੇ ਲਾਈਟ ਦੇ ਵਿੱਚ ਇਸ ਦਾ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਜਦੋਂ ਕੈਥੇਡਰਲ ਦੇ ਵਿੱਚ ਵੱਡੇ ਪੱਧਰ ਤੇ ਇਕੱਠ ਹੁੰਦਾ ਹੈ ਤਾਂ ਸੰਗਤ ਦੇ ਬੈਠਣ ਦੇ ਲਈ ਬਾਲਕਨੀ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਕਲੀਸਿਆ ਆਰਾਮਦਾਇਕ ਤਰੀਕੇ ਨਾਲ ਬੈਠ ਕੇ ਪ੍ਰਾਰਥਨਾ ਦੇ ਵਿੱਚ ਹਿੱਸਾ ਲੈ ਸਕੇ। ਪ੍ਰਭੂ ਦੀ ਆਰਾਧਨਾ ਕਰਨ ਵਾਸਤੇ ਇਸ ਗਿਰਜਾਘਰ ਦੇ ਹੇਠਲੇ ਹਿੱਸੇ ਵਿੱਚ ਇੱਕ ਚੈਪਲ ਵੀ ਬਣਾਇਆ ਗਿਆ ਹੈ, ਜਿਸ ਵਿੱਚ ਲਗਾਤਾਰ 24 ਘੰਟੇ ਪ੍ਰਭੂ ਦੀ ਆਰਾਧਨਾ ਹੁੰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਇਸ ਦੇ ਵਿੱਚ ਕੁਝ ਯਾਦਗਾਰੀ ਸਮਾਰਕ ਵੀ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਪ੍ਰਭੂ ਦੇ ਰਸੂਲਾਂ ਦੇ ਸਟੈਚੂਜ਼। ਸਭ ਤੋਂ ਪਹਿਲਾ ਸਟੈਚੂ ਹੈ ਸੰਤ ਪੀਟਰ ਯਾਨੀ ਸੰਤ ਪਤਰਸ ਦਾ। ਉਹਨਾਂ ਦਾ ਪਹਿਲਾ ਨਾਂ ਸ਼ਿਮੋਨ ਸੀ। ਉਹ ਰੋਮਨ ਕੈਥੋਲਿਕ ਚਰਚ ਦੇ ਪਹਿਲੇ ਪੋਪ ਸਨ। ਪ੍ਰਭੂ ਦੇ ਚੇਲੇ ਬਣਨ ਤੋਂ ਪਹਿਲਾਂ ਉਹ ਪੇਸ਼ੇ ਤੋਂ ਇੱਕ ਮਛੁਆਰੇ ਸਨ। ਪ੍ਰਭੂ ਯੀਸੂ ਨੇ ਉਹਨਾਂ ਨੂੰ ਅਰਮਾਇਕ ਨਾਂ ਕੈਫਾ ਦਿੱਤਾ ਸੀ, ਜਿਸ ਦਾ ਮਤਲਬ ਸੀ ਚੱਟਾਨ। ਅਗਲਾ ਸਟੈਚੂ ਹੈ ਸੰਤ ਐਂਡਰੂ ਯਾਨੀ ਸੰਤ ਅੰਦਰਿਆਸ ਦਾ। ਉਹ ਸ਼ਿਮੋਨ ਪਤਰਸ ਦੇ ਭਰਾ ਸਨ। ਉਹਨਾਂ ਬਾਰੇ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਪਹਿਲਾ ਰਸੂਲ ਸੀ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਚੇਲਾ ਬਣਨ ਲਈ ਬੁਲਾਇਆ ਸੀ ਅਤੇ ਪ੍ਰਭੂ ਯੀਸੂ ਹੀ ਮਸੀਹ ਹੈ, ਇਸ ਦਾ ਦਾਅਵਾ ਕਰਨ ਵਾਲੇ ਪਹਿਲੇ ਰਸੂਲ ਉਹੀ ਸਨ। ਅਗਲਾ ਸਟੈਚੂ ਹੈ ਸੰਤ ਜੇਮਸ ਯਾਨੀ ਸੰਤ ਯਾਕੂਬ ਦਾ, ਜੋ ਕਿ ਜਬਦੀ ਦੇ ਪੁੱਤਰ ਸਨ ਅਤੇ ਯੀਸੂ ਮਸੀਹ ਦੇ 12 ਚੇਲਿਆਂ ਵਿੱਚੋਂ ਇੱਕ ਸਨ।
ਨਵੇਂ ਨਿਯਮ ਵਿੱਚ ਉਹਨਾਂ ਦਾ ਜ਼ਿਕਰ ਸਿਰਫ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਦੀਆਂ ਸੂਚੀਆਂ ਵਿੱਚ ਹੀ ਮਿਲਦਾ ਹੈ। ਅਗਲਾ ਸਟੈਚੂ ਹੈ ਸੰਤ ਜੌਨ ਯਾਨੀ ਸੰਤ ਯੋਹੰਨਾ ਦਾ, ਜੋ ਕਿ ਸੰਤ ਯਾਕੂਬ ਦੇ ਭਰਾ ਸਨ ਅਤੇ ਜ਼ਬਦੀ ਦੇ ਪੁੱਤਰ ਸਨ। ਪਤਰਸ ਅਤੇ ਯਾਕੂਬ ਦੇ ਨਾਲ ਯੋਹੰਨਾ ਯਿਸੂ ਦੇ ਸਭ ਤੋਂ ਨੇੜਲੇ ਚੇਲਿਆਂ ਵਿੱਚੋਂ ਇੱਕ ਸਨ। ਸੰਤ ਯੋਹੰਨਾ ਨੂੰ ਰਵਾਇਤੀ ਤੌਰ ਤੇ ਬਾਈਬਲ ਦੀਆਂ 5 ਕਿਤਾਬਾਂ ਦਾ ਲੇਖਕ ਮੰਨਿਆ ਜਾਂਦਾ ਹੈ, ਯਾਨੀ ਕਿ ਯੋਹੰਨਾ ਦੀ ਅੰਜੀਲ, ਯੋਹੰਨਾ ਦਾ ਪਹਿਲਾ, ਦੂਜਾ ਅਤੇ ਤੀਜਾ ਪੱਤਰ ਅਤੇ ਪ੍ਰਕਾਸ਼ ਦੀ ਪੋਥੀ। ਸੰਤ ਯੋਹੰਨਾ ਨੂੰ ਪ੍ਰਭੂ ਯਿਸੂ ਮਸੀਹ ਦਾ ਸਭ ਤੋਂ ਪਿਆਰਾ ਚੇਲਾ ਵੀ ਕਿਹਾ ਜਾਂਦਾ ਹੈ। ਅਗਲਾ ਸਟੈਚੂ ਹੈ ਸੰਤ ਫਿਲਿਪ ਯਾਨੀ ਸੰਤ ਫਿਲਿਪੁਸ ਦਾ। ਉਹ ਬਾਈਬਲ ਵਿੱਚ ਫਿਲਿਪ ਨਾਂ ਦੇ 4 ਲੋਕਾਂ ਵਿੱਚੋਂ ਇੱਕ ਸਨ। ਇਹਨਾਂ ਦਾ ਜ਼ਿਕਰ ਨਵੇਂ ਨਿਯਮ ਵਿੱਚ ਕੁੱਲ 8 ਵਾਰ ਕੀਤਾ ਗਿਆ ਹੈ, 7 ਵਾਰ ਅੰਜੀਲਾਂ ਵਿੱਚ ਅਤੇ 1 ਵਾਰ ਰਸੂਲਾਂ ਦੇ ਕਰਤੱਵ ਵਿੱਚ। ਅਗਲਾ ਸਟੈਚੂ ਹੈ ਸੰਤ ਬਰਥੋਲੋਮਿਓ ਦਾ। ਪੂਰੇ ਨਵੇਂ ਨਿਯਮ ਵਿੱਚ ਇਹਨਾਂ ਦਾ ਨਾਮ 4 ਅੰਜੀਲਾਂ ਵਿੱਚ ਹੀ ਪ੍ਰਗਟ ਹੋਇਆ ਹੈ। ਉਹਨਾਂ ਨੇ ਕਦੇ ਵੀ ਕੋਈ ਸਿਰਲੇਖ ਨਹੀਂ ਦਿੱਤਾ, ਇਸੇ ਕਰਕੇ ਅਸੀਂ ਉਹਨਾਂ ਦੇ ਨਾਮ ਤੋਂ ਇਲਾਵਾ ਉਹਨਾਂ ਬਾਰੇ ਜ਼ਿਆਦਾ ਕੁਝ ਨਹੀਂ ਜਾਣਦੇ ਹਾਂ। ਅਗਲਾ ਸਟੈਚੂ ਹੈ ਸੰਤ ਥੋਮਸ ਦਾ, ਜਿਸ ਨੂੰ ਸ਼ੱਕ ਕਰਨ ਵਾਲਾ ਥੋਮਾ ਵੀ ਕਿਹਾ ਜਾਂਦਾ ਹੈ। ਉਸ ਨੇ ਪ੍ਰਭੂ ਦੇ ਜੀ ਉੱਠਣ ਤੇ ਸ਼ੱਕ ਕੀਤਾ ਸੀ ਅਤੇ ਕਿਹਾ ਸੀ ਕਿ ਮੈਂ ਪ੍ਰਭੂ ਯਿਸੂ ਦੇ ਜ਼ਖਮਾਂ ਵਿੱਚ ਉਂਗਲ ਪਾ ਕੇ ਦੇਖਾਂਗਾ ਅਤੇ ਫਿਰ ਹੀ ਵਿਸ਼ਵਾਸ ਕਰਾਂਗਾ। ਮੇਰੇ ਪ੍ਰਭੂ, ਮੇਰੇ ਖੁਦਾ। ਪ੍ਰਭੂ ਦੇ 12 ਰਸੂਲਾਂ ਵਿੱਚੋਂ ਹਿੰਦੁਸਤਾਨ ਵਿੱਚ ਆਉਣ ਵਾਲੇ ਵੀ ਸੰਤ ਥੋਮਸ ਹੀ ਹਨ। ਅਗਲਾ ਸਟੈਚੂ ਹੈ ਸੰਤ ਮੈਥਿਊ ਯਾਨੀ ਸੰਤ ਮੱਤੀ ਦਾ, ਅਤੇ ਇਹਨਾਂ ਨੂੰ ਲੇਵੀ ਵੀ ਕਿਹਾ ਜਾਂਦਾ ਸੀ। ਇਹ ਰਵਾਇਤੀ ਤੌਰ ਤੇ ਮੱਤੀ ਦੀ ਅੰਜੀਲ ਦੇ ਲੇਖਕ ਹਨ। ਜਦੋਂ ਯਿਸੂ ਨੇ ਇਹਨਾਂ ਨੂੰ ਆਪਣਾ ਚੇਲਾ ਬਣਨ ਲਈ ਬੁਲਾਇਆ, ਉਸ ਸਮੇਂ ਇਹ ਟੈਕਸ ਕਲੈਕਟਰ ਸਨ। ਅਗਲਾ ਸਟੈਚੂ ਹੈ ਸੰਤ ਥਦੇਉਸ ਯਾਨੀ ਸੰਤ ਯਹੂਦਾ ਦਾ, ਜੋ ਸਭ ਤੋਂ ਰਹੱਸਮਈ ਅਤੇ ਘੱਟ ਜਾਣੇ ਜਾਣ ਵਾਲੇ ਚੇਲੇ ਹਨ। ਨਵੇਂ ਨਿਯਮ ਵਿੱਚ ਇਹਨਾਂ ਦਾ ਜ਼ਿਕਰ ਬਹੁਤ ਹੀ ਘੱਟ ਮਿਲਦਾ ਹੈ। ਪਰੰਪਰਾ ਅਨੁਸਾਰ ਇਹਨਾਂ ਦੀ ਪਹਿਚਾਣ ਵਰਜਨ ਮੈਰੀ ਦੇ ਚਚੇਰੇ ਭਰਾ ਦੇ ਪੁੱਤਰ ਵਜੋਂ ਹੁੰਦੀ ਹੈ। ਅਗਲਾ ਸਟੈਚੂ ਹੈ ਸੰਤ ਸਾਈਮਨ ਦ ਜ਼ੀਲਟ ਦਾ, ਪਰ ਨਵੇਂ ਨਿਯਮ ਵਿੱਚ ਇਹਨਾਂ ਦੇ ਨਾਮ ਤੋਂ ਇਲਾਵਾ ਇਹਨਾਂ ਬਾਰੇ ਕੋਈ ਖਾਸ ਜ਼ਿਕਰ ਸਾਨੂੰ ਨਹੀਂ ਮਿਲਦਾ ਹੈ। ਅਗਲਾ ਸਟੈਚੂ ਹੈ ਸੰਤ ਮਥਿਆਸ ਦਾ। ਉਹ ਇਕਲੌਤੇ ਰਸੂਲ ਹਨ ਜਿਨ੍ਹਾਂ ਨੂੰ ਪ੍ਰਭੂ ਯਿਸੂ ਨੇ ਨਿੱਜੀ ਤੌਰ ਤੇ ਨਹੀਂ ਬੁਲਾਇਆ ਸੀ। ਪ੍ਰਭੂ ਦੇ 12 ਰਸੂਲਾਂ ਨੇ ਉਹਨਾਂ ਨੂੰ ਆਪ ਯਹੂਦਾ ਇਸਕਰਿਓਤੀ ਦੀ ਥਾਂ ਤੇ ਚੁਣਿਆ ਸੀ। ਇਹ ਸਟੈਚੂ ਹੈ ਸੇਂਟ ਪੌਲ ਯਾਨੀ ਸੰਤ ਪੌਲੁਸ ਦਾ, ਜੋ ਪ੍ਰਭੂ ਯਿਸੂ ਮਸੀਹ ਦੇ 12 ਰਸੂਲਾਂ ਵਿੱਚੋਂ ਤਾਂ ਨਹੀਂ ਸਨ, ਪਰ ਈਸਾਈ ਧਰਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਵਿੱਚ ਉਹਨਾਂ ਦਾ ਨਾਮ ਵੀ ਆਉਂਦਾ ਹੈ, ਕਿਉਂਕਿ ਉਹਨਾਂ ਨੂੰ ਆਪ ਪ੍ਰਭੂ ਯਿਸੂ ਨੇ ਦਮਿਸ਼ਕ ਦੇ ਰਾਸਤੇ ਵਿੱਚ ਦਰਸ਼ਨ ਦੇ ਕੇ ਬੁਲਾਇਆ ਸੀ। ਉਹ ਇੱਕ ਪ੍ਰਭਾਵਸ਼ਾਲੀ ਰਸੂਲ ਸਨ। ਉਹਨਾਂ ਨੇ ਪਹਿਲੀ ਸਦੀ ਦੌਰਾਨ ਗੈਰ ਯਹੂਦੀਆਂ ਤੱਕ ਖੁਸ਼ਖਬਰੀ ਫੈਲਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਆਪਣੀ ਮਿਸ਼ਨਰੀ ਯਾਤਰਾ ਵਿੱਚ ਉਹਨਾਂ ਨੇ ਸਾਰੇ ਰੋਮਨ ਸਾਮਰਾਜ ਵਿੱਚ ਪ੍ਰਭੂ ਯਿਸੂ ਦਾ ਪ੍ਰਚਾਰ ਕੀਤਾ ਸੀ। ਇਸ ਚੈਪਲ ਦੇ ਵਿੱਚ ਕੁਝ ਹੋਰ ਸਟੈਚੂ ਵੀ ਰੱਖੇ ਗਏ ਹਨ, ਜਿਵੇਂ ਕਿ ਇੱਕ ਪਾਸੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਦਿਲ ਦਾ ਸਟੈਚੂ ਹੈ ਅਤੇ ਦੂਜੇ ਪਾਸੇ ਪ੍ਰਭੂ ਯਿਸੂ ਦੀ ਮਾਂ ਅਤੇ ਸਾਡੀ ਮਾਂ ਮਰੀਅਮ ਦਾ ਸਟੈਚੂ ਹੈ। ਇਸ ਚੈਪਲ ਦੇ ਵਿੱਚ ਇਸ ਪੁਰਾਣੇ ਗਿਰਜਾਘਰ ਦੇ ਸਰਪ੍ਰਸਤ ਸੰਤ ਪੈਟਰਿਕ ਦਾ ਸਟੈਚੂ ਵੀ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਸ ਦੇ ਇੱਕ ਪਾਸੇ ਸੇਂਟ ਐਂਥਨੀ ਆਫ ਪਾਦੂਆ ਅਤੇ ਇੱਕ ਪਾਸੇ ਸੰਤ ਫ੍ਰਾਂਸਿਸ ਅਸੀਸੀ, ਜੋ ਕਿ ਜਲੰਧਰ ਡਾਇਓਸੀਸ ਦੇ ਦੂਜੇ ਸਰਪ੍ਰਸਤ ਸੰਤ ਹਨ। ਇਸੇ ਚੈਪਲ ਦੇ ਵਿੱਚ ਸ਼ਾਂਤੀ ਦੀ ਰਾਣੀ ਮੁਬਾਰਕ ਮਾਂ ਮਰੀਅਮ, ਜੋ ਕਿ ਇਸ ਗਿਰਜਾਘਰ ਦੀ ਸਰਪ੍ਰਸਤ ਵੀ ਹੈ, ਦਾ ਸਟੈਚੂ ਵੀ ਸਥਾਪਿਤ ਕੀਤਾ ਗਿਆ ਹੈ। ਇਹ ਸਟੈਚੂ ਮਾਤਾ ਮਰੀਅਮ ਦੇ ਉਸ ਰੂਪ ਨੂੰ ਬਿਆਨ ਕਰਦਾ ਹੈ ਜਿਸ ਦਾ ਜ਼ਿਕਰ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਪੜ੍ਹਦੇ ਹਾਂ। ਇਸ ਦੇ ਨਾਲ ਹੀ ਸੰਤ ਯੂਸਫ ਅਤੇ ਪ੍ਰਭੂ ਯਿਸੂ ਮਸੀਹ ਦੀ ਇੱਕ ਸੋਹਣੀ ਤਸਵੀਰ ਵੀ ਹੈ। ਇਸ ਦੇ ਬਿਲਕੁਲ ਨਾਲ ਹੀ ਬੈਪਟਿਜ਼ਮਲ ਪੌਂਡ ਵੀ ਹੈ, ਜਿਸ ਦੇ ਵਿੱਚ ਨਵ ਜੰਮੇ ਬੱਚਿਆਂ ਦਾ ਅਤੇ ਨਵੇਂ ਵਿਸ਼ਵਾਸੀਆਂ ਦਾ ਬਪਤਿਸਮਾ ਵੀ ਕੀਤਾ ਜਾਂਦਾ ਹੈ। ਇਸ ਚੈਪਲ ਦੀ ਅਲਤਾਰ ਦੇ ਬਿਲਕੁਲ ਉੱਪਰ
ਛੱਤ ਤੇ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ ਦੇ ਨਾਲ ਸੰਤ ਯੋਹੰਨਾ ਬਪਤਿਸਮਾ ਅਤੇ ਪ੍ਰਭੂ ਯਿਸੂ ਮਸੀਹ ਦੇ 12 ਚੇਲਿਆਂ ਅਤੇ ਕੈਥੋਲਿਕ ਕਲੀਸਿਆ ਦੇ ਪ੍ਰਸਿੱਧ ਸੰਤਾਂ ਦੀ ਇੱਕ ਤਸਵੀਰ ਬਣਾਈ ਗਈ ਹੈ, ਜੋ ਕਿ ਸਾਡੇ ਅੰਦਰ ਇੱਕ ਸਵਰਗੀ ਭਾਵਨਾ ਜਗਾਉਂਦੀ ਹੈ। ਇਸ ਚੈਪਲ ਦੀ ਛੱਤ ਤੇ ਇਸ ਤੋਂ ਇਲਾਵਾ ਕੁਝ ਹੋਰ ਤਸਵੀਰਾਂ ਵੀ ਬਣੀਆਂ ਹਨ, ਜਿਵੇਂ ਕਿ ਪਾਕ ਤਸਲੀਸ ਦੀ ਤਸਵੀਰ, ਜਿਸ ਵਿੱਚ ਖੁਦਾ ਬਾਪ, ਖੁਦਾ ਬੇਟੇ ਅਤੇ ਖੁਦਾ ਰੂਪਾਕ ਨੂੰ ਦਰਸਾਇਆ ਗਿਆ ਹੈ। ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਸਵਰਗ ਵਿੱਚ ਚੜ੍ਹ ਜਾਣ ਦੀ ਤਸਵੀਰ, ਮਨੁੱਖ ਜਾਤੀ ਦੇ ਨਿਆਂ ਦੇ ਦਿਨ ਦੀ ਤਸਵੀਰ, ਸੰਤ ਮਾਈਕਲ ਮਹਾਫਰਿਸ਼ਤੇ ਦੀ ਤਸਵੀਰ, ਸਵਰਗ ਅਤੇ ਨਰਕ ਦੇ ਦ੍ਰਿਸ਼ ਦੀ ਤਸਵੀਰ ਅਤੇ ਮਾਤਾ ਮਰੀਅਮ ਦੇ ਸਵਰਗ ਵਿੱਚ ਉਠਾਏ ਜਾਣ ਦੀ ਤਸਵੀਰ। ਇਸ ਚੈਪਲ ਦੇ ਵਿੱਚ ਸਾਡੀ ਜਲੰਧਰ ਡਾਇਓਸੀਸ ਦੇ ਸਭ ਤੋਂ ਪਹਿਲੇ ਬਿਸ਼ਪ, ਅਤਿ ਸਤਿਕਾਰਯੋਗ ਬਿਸ਼ਪ ਸਿੰਫੋਰੀਅਨ ਕੀਪਰਥ ਜੀ ਦੀ ਕਬਰ ਵੀ ਹੈ। ਇਸ ਗਿਰਜਾ ਘਰ ਦੇ ਬਿਲਕੁਲ ਸਾਹਮਣੇ ਸੱਜੇ ਅਤੇ ਖੱਬੇ ਪਾਸੇ ਖੂਬਸੂਰਤ ਲੌਨਸ ਹਨ ਅਤੇ ਜਦੋਂ ਇਸ ਗਿਰਜਾ ਘਰ ਦੀ ਸਾਲਾਨਾ ਈਦ ਹੁੰਦੀ ਹੈ, ਉਸ ਸਮੇਂ ਇੱਥੇ ਸ਼ਮਿਆਨਾ ਲਗਾ ਕੇ ਸ਼ਰਧਾਲੂਆਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਇਸ ਗਿਰਜਾ ਘਰ ਦੇ ਸਾਲਾਨਾ ਤਿਉਹਾਰ ਦੇ ਮੌਕੇ ਤੇ, ਯਾਨੀ ਕਿ ਸ਼ਾਂਤੀ ਦੀ ਰਾਣੀ ਮੁਬਾਰਕ ਮਾਂ ਮਰੀਅਮ ਦੀ ਈਦ ਦੇ ਮੌਕੇ ਤੇ, ਇਸ ਪੋਲ ਉੱਤੇ ਸ਼ਾਂਤੀ ਦੀ ਰਾਣੀ ਮਾਂ ਮਰੀਅਮ ਦੇ ਆਦਰ ਵਿੱਚ ਝੰਡਾ ਲਹਿਰਾ ਕੇ ਤਿਉਹਾਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਰਾਤ ਦੇ ਸਮੇਂ ਇਸ ਗਿਰਜਾ ਘਰ ਦਾ ਨਜ਼ਾਰਾ ਬੜਾ ਹੀ ਸ਼ਾਨਦਾਰ ਹੁੰਦਾ ਹੈ। ਹੁਣ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਕਲਵਰੀ ਮਾਰਗ ਦੇ ਵੱਲ, ਜਿਸ ਨੂੰ ਮੌਨਸੀਨੀਅਰ ਮਾਈਕਲ ਐਨੀ ਜੀ ਨੇ ਬਣਵਾਇਆ ਸੀ ਅਤੇ ਇਸ ਨੂੰ ਬਹੁਤ ਹੀ ਸੋਹਣੇ ਢੰਗ ਦੇ ਨਾਲ ਬਣਾਇਆ ਗਿਆ ਹੈ। ਇਸ ਦੇ ਅੰਦਰ ਇੱਕ ਮਾਰਗ ਬਣਾਇਆ ਗਿਆ ਹੈ, ਜਿਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਫੜਾਏ ਜਾਣ ਤੋਂ ਅਤੇ ਉਹਨਾਂ ਦੀ ਮੌਤ ਤੱਕ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਦਰਸਾਇਆ ਗਿਆ ਹੈ ਅਤੇ ਇੱਥੇ ਦੂਰ ਦੂਰ ਤੋਂ ਸ਼ਰਧਾਲੂ ਇਸ ਕਲਵਰੀ ਮਾਰਗ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਸੋ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਕਲਵਰੀ ਮਾਰਗ ਦੇ ਦਰਸ਼ਨ ਕਰਾਉਣ ਵਾਸਤੇ। ਰਾਤ ਨੂੰ ਇਸ ਕਲਵਰੀ ਮਾਰਗ ਦੇ ਵਿੱਚ ਬਣੇ 14 ਮੁਕਾਮਾਂ ਦਾ ਦ੍ਰਿਸ਼ ਦੇਖਣ ਯੋਗ ਹੁੰਦਾ ਹੈ।
सिर्फ पुराना होना ही इस गिरजाघर की खासियत नहीं है, बल्कि समय-समय सिर इस गिरजाघर दे विच पवित्र बाइबल दे विचों कुछ अजिहियां चीज़ां बनाईयां गईयां हन जो कि इस दे आकर्षण नूं दुगना कर दिंदियां हन। इसी तरह 2018 ਦੇ ਵਿੱਚ ਮੌਨਸੀਨੀਅਰ ਮਾਈਕਲ ਐਨੀ ਜੀ ਨੇ ਇਸ ਗਿਰਜਾਘਰ ਦੇ ਵਿੱਚ ਇੱਕ ਐਸੀ ਬਾਈਬਲ ਵੈਲੀ ਬਣਾਈ ਹੈ ਜਿਸ ਵਿੱਚ ਬਾਈਬਲ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਦਰਸਾਇਆ ਗਿਆ ਹੈ। ਇਸ ਬਾਈਬਲ ਵੈਲੀ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਪਵਿੱਤਰ ਬਾਈਬਲ ਨੂੰ ਪੜ੍ਹਨ ਦੀ ਜਿਗਿਆਸਾ ਉੱਠਦੀ ਹੈ, ਜੋ ਕਿ ਇੱਕ ਬਹੁਤ ਹੀ ਵਧੀਆ ਗੱਲ ਹੈ। आदम ਅਤੇ हवा ਦੇ ਪਾਪ ਕਰਨ ਤੋਂ ਲੈ ਕੇ ਪ੍ਰਭੂ ਯਿਸੂ ਮਸੀਹ ਦੀ ਮੌਤ ਅਤੇ ਜੀ ਉੱਠਣ ਤੱਕ ਦੀ ਹਰ ਇੱਕ ਘਟਨਾ ਨੂੰ ਖੂਬਸੂਰਤੀ ਦੇ ਨਾਲ ਸਟੈਚੂਜ਼ ਦੇ ਜ਼ਰੀਏ ਦਿਖਾਇਆ ਗਿਆ ਹੈ। ਧਰਤੀ ਨੂੰ ਰਚਨ ਦਾ ਦ੍ਰਿਸ਼, ਆਦਮ ਨੂੰ ਬਣਾਉਣ ਦਾ ਦ੍ਰਿਸ਼, ਆਦਮ ਤੇ ਹਵਾ ਦੇ ਪਾਪ ਕਰਨ ਦਾ ਦ੍ਰਿਸ਼, ਉਹਨਾਂ ਨੂੰ ਅਦਨ ਦੇ ਬਾਗ ਚੋਂ ਬਾਹਰ ਕੱਢਣ ਦਾ ਦ੍ਰਿਸ਼, ਕਾਇਨ ਦੁਆਰਾ ਹਾਬਿਲ ਨੂੰ ਮਾਰਨ ਦਾ ਦ੍ਰਿਸ਼, ਨੂਹ ਦਾ ਜਹਾਜ਼, ਬਾਬੁਲ ਦੇ ਬੁਰਜ ਦਾ ਦ੍ਰਿਸ਼, ਅਬਰਾਹਮ ਦੁਆਰਾ ਆਪਣੇ ਪੁੱਤਰ ਇਸਹਾਕ ਦੀ ਬਲੀ ਦਾ ਦ੍ਰਿਸ਼, खुदा बाप द्वारा मूसा नूं 10 हुक्म देण दा दृश, दाऊद राजा जबूर गाउंदे होए, सुलेमान राजे द्वारा बनाया यरूशलेम मंदिर, धन कुआरी मरियम नूं फरिश्ते दा सुनेहा, बैतलहम विच प्रभु यीशु दे जन्म दा दृश, प्रभु मसीह दे बपतिस्मे दा दृश, प्रभु यीशु द्वारा बच्चियां नूं अपने कोल बुलाउण दा दृश, पहाड़ी उपदेश दा दृश, काना पिंड विच प्रभु यीशु दा पहला चमत्कार, आखिरी भोज दा दृश, गतसमनी बाग विच प्रभु यीशु दा दुख भोग, प्रभु यीशु दा सलीब ते कुर्बान होण दा दृश, प्रभु यीशु दा कबर विच रखे जाण दा दृश, प्रभु यीशु दा मुर्दियां विचों जी उठण दा दृश, जी उठण तो बाद प्रभु यीशु दा मरियम मगदलीनी नूं सब तो पहला दर्शन देण दा दृश, शक्की थोमा दा शक दूर करन दा दृश, प्रभु यीशु दा स्वर्ग विच चढ़ जाण दा दृश, ਪੈਂਤੀਕੋਸਤ ਦੇ ਦਿਨ ਪਵਿੱਤਰ ਆਤਮਾ ਦਾ 120 ਲੋਕਾਂ ਦੇ ਉੱਤੇ ਉਤਰਨ ਦਾ ਦ੍ਰਿਸ਼, ਲੂਰਦਸ ਦੀ ਮਾਤਾ ਮਰੀਅਮ ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ, ਜਿੱਥੇ 1858 ਈਸਵੀ ਦੇ ਵਿੱਚ 11 ਫਰਵਰੀ ਨੂੰ 14 ਸਾਲ ਦੀ ਇੱਕ ਛੋਟੀ ਬੱਚੀ ਯਾਨੀ ਕਿ ਸੰਤ ਬਰਨਾਦੇਤ ਨੂੰ ਮਾਤਾ ਮਰੀਅਮ ਨੇ ਲੂਰਦਸ ਦੇ ਮਾਸਾਬੇਲ ਪਹਾੜਾਂ ਦੀ ਇੱਕ ਗੁਫਾ ਦੇ ਵਿੱਚ ਦਰਸ਼ਨ ਦਿੱਤੇ ਸਨ ਅਤੇ ਮਾਤਾ ਮਰੀਅਮ ਨੇ ਉਹਨਾਂ ਨੂੰ ਗੁਨਾਹਗਾਰਾਂ ਵਾਸਤੇ ਪ੍ਰਾਰਥਨਾ ਕਰਨ ਦੇ ਲਈ ਕਿਹਾ ਸੀ। ਉਸ ਜਗ੍ਹਾ ਦੇ ਉੱਤੇ ਮਾਤਾ ਮਰੀਅਮ ਨੂੰ ਸਮਰਪਿਤ ਇੱਕ ਗਰੋਟੋ ਬਣਾਈ ਗਈ ਹੈ ਜਿਸ ਵਿੱਚ ਲੋਕਾਂ ਦੀ ਬਹੁਤ ਸ਼ਰਧਾ ਹੈ। ਉਸੇ ਤਰ੍ਹਾਂ ਸੇਂਟ ਮੇਰੀਜ਼ ਕੈਥੀਡਰਲ ਚਰਚ ਦੇ ਵਿੱਚ ਵੀ ਲੂਰਦਸ ਵਰਗੀ ਹੀ ਇੱਕ ਗਰੋਟੋ ਬਣਾਈ ਗਈ ਹੈ। ਇੱਕ ਚੀਜ਼ ਨੂੰ ਹੂਬਹੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਾਤਾ ਮਰੀਅਮ ਦੇ ਹੱਥ ਵਿੱਚ ਫੜੀ ਰੋਜ਼ਰੀ, ਉਹ ਖੱਡਾ ਜਿਸ ਵਿੱਚ ਗੰਦਾ ਪਾਣੀ ਸੀ ਅਤੇ ਜਿਸ ਵਿੱਚੋਂ ਮਾਤਾ ਮਰੀਅਮ ਨੇ ਸੰਤ ਬਰਨਾਦੇਤ ਨੂੰ ਪੀਣ ਲਈ ਕਿਹਾ ਸੀ, ਹਰ ਇੱਕ ਚੀਜ਼ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਣਾਇਆ ਗਿਆ ਹੈ।
इस ग्रोटो की खासियत यह है कि ਜਿਹੜੇ लोग लूरदस जाके माता मरियम के दर्शन नहीं कर सकते हैं, वो इस ग्रोटो ते आके माता मरियम के दर्शन कर सकते हैं। ग्रोटो ते आके लोग बड़ी शरधा नाल मोमबत्तियां भी जगाउंदे हैं। The Rosary is my favorite prayer, a marvelous prayer, marvelous in its simplicity and in its depth. ਇਹ ਸ਼ਬਦ ਹਨ ਸੰਤ ਪਾਪਾ ਜੌਨ ਪੌਲ ਦੂਜੇ ਦੇ, ਜੋ ਰੋਜ਼ਰੀ ਨੂੰ ਆਪਣੀ ਮਨਪਸੰਦ ਪ੍ਰਾਰਥਨਾ ਕਹਿੰਦੇ ਸਨ ਅਤੇ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਰੋਜ਼ਰੀ ਮੇਰੀ ਮਨਪਸੰਦ ਪ੍ਰਾਰਥਨਾ ਹੈ। ਇਹ ਇੱਕ ਸ਼ਾਨਦਾਰ ਪ੍ਰਾਰਥਨਾ ਹੈ। ਇਸ ਦੀ ਗਹਿਰਾਈ ਅਤੇ ਸਾਦਗੀ ਅਦਭੁਤ ਹੈ। पर ये रोज़री आई कित्थों? रोज़री शब्द लैटिन भाषा के रोज़ारियम शब्द तो लिया गया है, जिस दे दो मतलब हैं। एक है गुलाब के फुलों की माला और दूजा है गुलाब के फुलों का ताज। ये एक बहुत ही सोहनी परिवारिक प्रार्थना है। रोज़री सानू खुदा और एक दूजे दे नाल जोड़ती है। बहुत सारे संत और पुरोहित रोज़री नू एक खास अहमियत दिंदे हैं। इसे तरह मॉन्सीनियर मैथ्यू कोकंडम जी ने भी रोज़री नू एक खास दर्जा दिंदे हुए 2010 दे विच सेंट मेरीज कैथीड्रल चर्च जलंधर कैंट दे विच रोज़री विला बनवाया सी, जिस नू 29 अक्तूबर 2010 दे विच अति सत्कारयोग बिशप अनिल जोसफ कुटो जी ने बरकत दिती सी। असीं देख सकते हाँ कि इस रोज़री विला दे विच खुशी दे, चानण दे अते दुख दे, महिमा दे भेद बहुत ही सोहने तरीके नाल बनाए गए हैं। रोज़री विला दे विच आके श्रद्धालु माता मरियम दे दर्शन तां करदे ही हैं, इस दे नाल ही रोज़री माला दा जाप भी करके जांदे हैं। Our Lady of Peace Cemetery. इस गिरजा घर दे विच पुरोहितां दे लई एक कब्रिस्तान भी है, जिस विच इस डायोसिस दे चलाना कर गए सीनियर पुरोहितां दे मोए होए शरीरां नूं दफनाया गया है। तस्वीर प्रभु येसू दे मुर्दियां विचों जी उठण दी तस्वीर है, जो ये दर्शाउंदी है कि जिस तरह प्रभु येसू मुर्दियां विचों जी उठे, उसी तरह मरण तो बाद हर एक विश्वासी पुनरुत्थान वाले दिन जी उठना है। शांति दी रानी मुबारक मां मरियम दे तीरथ स्थान की एक खासियत यह है कि इत्थे आके बहुत सारे श्रद्धालु प्रभु यीशु मसीह दे महिमावंत 5 जख्मां दा अनुभव करन भी आउंदे हन। प्रभु यीशु मसीह दे सज्जे हत्थ दे पहले जख्म नूं श्रद्धालु रोज़री वेड़े विच जाके रोज़री जाप करके महसूस करदे हन। प्रभु यीशु मसीह दे खब्बे हत्थ दे दूसरे जख्म दा अनुभव करन लई श्रद्धालु हेठले हिस्से विच बनी चैपल विच 1 घंटा आराधना करदे हन। प्रभु यीशु मसीह दे सज्जे पासे दी वक्खी विच मारे नेजे दे तीसरे जख्म नूं अनुभव करन लई श्रद्धालु मुख गिरजा घर विच पवित्र पाकमास दी कुर्बानी विच हाजिर हुंदे हन। प्रभु यीशु मसीह दे सज्जे पैर दे चौथे जख्म नूं महसूस करन लई श्रद्धालु कलवरी मार्ग दे विच बने 14 मुकाम पढ़दे हन।
ਪ੍ਰਭੂ ਯਿਸੂ ਮਸੀਹ ਦੇ ਖੱਬੇ ਪੈਰ ਦੇ ਪੰਜਵੇਂ ਜ਼ਖਮ ਦਾ ਅਨੁਭਵ ਕਰਨ ਲਈ ਸ਼ਰਧਾਲੂ ਆਰ ਲੇਡੀ ਆਫ ਪੀਸ ਸੈਮੇਟਰੀ ਯਾਨੀ ਕਿ ਪੁਰੋਹਿਤਾਂ ਦੇ ਕਬਰਸਤਾਨ ਦੀ ਯਾਤਰਾ ਕਰਦੇ ਹਨ। ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੇਂਟ ਮੇਰੀਜ਼ ਕੈਥੇਡਰਲ ਚਰਚ ਜਲੰਧਰ ਛਾਉਣੀ ਦਾ ਪ੍ਰੀਸਟ ਹਾਊਸ, ਜਿਸ ਦੇ ਵਿੱਚ ਇਸ ਚਰਚ ਦੇ ਪੈਰਿਸ਼ ਪ੍ਰੀਸਟ ਅਤੇ ਉਹਨਾਂ ਦੇ ਸਹਾਇਕ ਪੁਰੋਹਿਤਾਂ ਦੀ ਰਿਹਾਇਸ਼ ਹੈ। थोड़ी अगे जाके एक बहुत पुराना बोर्ड दा दरखत है ਅਤੇ ਉਸ ਦੇ ਨਾਲ ਹੀ ਉਹ ਜਗ੍ਹਾ ਹੈ ਜਿਸ ਦਾ ਇਸਤੇਮਾਲ ਪਵਿੱਤਰ ਪਾਕ ਮਾਸ ਦੀ ਕੁਰਬਾਨੀ ਚੜਾਉਣ ਵਾਸਤੇ ਉਸ ਸਮੇਂ ਕੀਤਾ ਜਾਂਦਾ ਸੀ ਜਦੋਂ ਇਸ ਪੁਰਾਣੇ ਗਿਰਜਾਘਰ ਦੀ ਨਵੀਂ ਉਸਾਰੀ ਹੋ ਰਹੀ ਸੀ। ਇਸ ਤੋਂ ਅੱਗੇ ਜਾ ਕੇ ਮਿਸ਼ਨਰੀਜ਼ ਆਫ ਜੀਸਸ ਜਮਾਤ ਦੀਆਂ ਸਿਸਟਰਾਂ ਦਾ ਕਨਵੈਂਟ ਵੀ ਹੈ। ਪ੍ਰੀਸਟ ਹਾਊਸ ਦੇ ਪਿਛਲੇ ਪਾਸੇ ਲੰਗਰ ਹਾਲ ਹੈ ਜਿਸ ਉੱਪਰ ਸ਼ੈੱਡ ਪਾਈ ਹੋਈ ਹੈ ਅਤੇ ਜਿੱਥੇ ਸ਼ਰਧਾਲੂ ਆਰਾਮਦਾਇਕ ਤਰੀਕੇ ਨਾਲ ਲੰਗਰ ਖਾ ਸਕਦੇ ਹਨ। ਅਤੇ ਉਸ ਦੇ ਨਾਲ ਹੀ ਲੰਗਰ ਤਿਆਰ ਕਰਨ ਦੀ ਥਾਂ ਵੀ ਬਣਾਈ ਗਈ ਹੈ। ਫੋਰਥਕਮਿੰਗ ਇਵੈਂਟਸ। ਪ੍ਰੀਸਟ ਹਾਊਸ ਦੇ ਗੇਟ ਦੇ ਨਾਲ ਸੇਂਟ ਮੈਰੀਜ਼ ਗਿਰਜਾਘਰ ਮਰੀਅਮ ਧਾਮ ਦੇ ਵਿੱਚ ਆਉਣ ਵਾਲੇ ਉਪਰਾਲਿਆਂ ਨੂੰ ਸੂਚੀਬੱਧ ਕਰਕੇ ਦਰਸਾਇਆ ਗਿਆ ਹੈ। ਕੈਥੋਲਿਕ ਇਨਫੋਰਮੇਸ਼ਨ ਸੈਂਟਰ। ਇਸ ਦੇ ਗਿਰਜਾਘਰ ਦੇ ਬਾਰੇ ਜਾਂ ਕੈਥੋਲਿਕ ਕਲੀਸਿਆ ਬਾਰੇ ਜਾਣਕਾਰੀ ਲੈਣ ਵਾਸਤੇ ਇੱਥੇ ਕੈਥੋਲਿਕ ਇਨਫੋਰਮੇਸ਼ਨ ਸੈਂਟਰ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇੱਥੇ ਮਰੀਅਨ ਬੁੱਕ ਸੈਂਟਰ ਵੀ ਹੈ ਜਿਸ ਵਿੱਚੋਂ ਪਵਿੱਤਰ ਬਾਈਬਲ, ਧਾਰਮਿਕ ਕਿਤਾਬਾਂ, ਰੋਜ਼ਰੀ ਮਾਲਾ ਆਦਿ ਮਿਲਦੀਆਂ ਹਨ। ਮਰੀਅਨ ਬੁੱਕ ਸੈਂਟਰ ਦੇ ਬਿਲਕੁਲ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਇਸ ਗਿਰਜਾਘਰ ਦੀ ਪਾਰਕਿੰਗ, ਜਿਸ ਵਿੱਚ ਸ਼ਰਧਾਲੂ ਆਪਣੇ ਵਾਹਨ ਖੜੇ ਕਰਦੇ ਹਨ। ਸਾਲਾਨਾ ਈਦ ਦੇ ਮੌਕੇ ਤੇ ਪਾਰਕਿੰਗ ਵਾਲੀ ਥਾਂ ਨੂੰ ਸੰਗਤ ਨੂੰ ਲੰਗਰ ਖਵਾਉਣ ਦੇ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਸੋ ਅੱਜ ਅਸੀਂ ਦੇਖਿਆ ਇਸ ਇਤਿਹਾਸਿਕ ਗਿਰਜਾਘਰ ਨੂੰ ਜੋ ਕਿ ਹੁਣ ਇੱਕ ਤੀਰਥ ਸਥਾਨ ਵੀ ਬਣ ਚੁੱਕਿਆ ਹੈ। ਗੱਲ ਕੀਤੀ ਇਸ ਦੇ ਇਤਿਹਾਸ ਬਾਰੇ ਅਤੇ ਇਹ ਵੀ ਜਾਣਿਆ ਕਿ ਮਸੀਹੀ ਵਿਸ਼ਵਾਸੀਆਂ ਦੀਆਂ ਰੂਹਾਨੀ ਭਾਵਨਾਵਾਂ ਕਿਸ ਹੱਦ ਤੱਕ ਇਸ ਗਿਰਜਾਘਰ ਦੇ ਨਾਲ ਜੁੜੀਆਂ ਹੋਈਆਂ ਹਨ। ਔਰ ਮੈਨੂੰ ਯਕੀਨ ਹੈ ਕਿ ਇਸ ਗਿਰਜਾਘਰ ਦੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਤੁਸੀਂ ਸਭ ਨੇ ਪ੍ਰਭੂ ਦੀ ਆਸ਼ੀਸ਼ ਔਰ ਬਰਕਤ ਨੂੰ ਜ਼ਰੂਰ ਪਾਇਆ ਹੋਵੇਗਾ। ਸੋ ਜਲੰਧਰ ਡਾਇਓਸੀਸ ਦੇ ਇਤਿਹਾਸਿਕ ਗਿਰਜਾਘਰਾਂ ਦੀ ਜਾਣਕਾਰੀ ਲੈਣ ਦੇ ਲਈ ਜੁੜੇ ਰਹੋ ਸਾਡੇ ਨਾਲ, ਯਾਨੀ ਕਿ ਪ੍ਰਾਰਥਨਾ ਭਵਨ ਟੀਵੀ ਦੇ ਨਾਲ। ਸਾਰਿਆਂ ਨੂੰ ਜੈ ਯਿਸੂ ਕੀ, ਗੋਡ ਬਲੈਸ ਯੂ ਆਲ। ਪਾਵਨ ਧਰਤੀ ਤੇ ਵੱਧਦੇ ਕਦਮ ਦੇ ਸਫ਼ਰ ਦੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਸੇਂਟ ਜੋਸਫ ਚਰਚ ਫਿਰੋਜ਼ਪੁਰ ਕੈਂਟ ਦੇ ਵਿੱਚ। पावन धरती दे वल तेरे वधदे कदम, पावन धरती दे वल तेरे वधदे कदम, तेरे जीवन दे बंदिरा खोलणगे रब दी बरकत दे दार। उजड़े खिल जाणगे सुते पाग तेरे जाग तैनू टोलणगे पावन धरती दे वल।